ਸਾਹਿਬ ਜੀ। ਇੱਕ ਓੰਕਾਰ ਸਤਿ ਗੁਰ ਪ੍ਰਸਾਦ। ਰਾਗ ਆਸਾ ਮਹੱਲਾ ਨੌਵਾਂ। ਬਿਰਥਾ ਕਹੋ ਕਉਨ ਸਿਉ ਮਨ ਕੀ, ਲੋਭ ਗ੍ਰਸਿਓ ਦਸਹੂੰ ਦਿਸ ਧਾਵਤ, ਆਸਾ ਲਾਗਿਓ ਧਨ ਕੀ। ਬਿਰਥਾ ਕਹੋ ਕਉਨ ਸਿਉ ਮਨ ਕੀ, ਲੋਭ ਗ੍ਰਸਿਓ ਦਸਹੂੰ ਦਿਸ ਧਾਵਤ, ਆਸਾ ਲਾਗਿਓ ਧਨ ਕੀ। ਰਹਾਉ ਸੁਖ ਕੈ ਹੇਤ ਬਹੁਤ ਦੁਖ ਪਾਵਤ, ਸੇਵ ਕਰਤ ਜਨ ਜਨ ਕੀ। ਦੁਆਰ ਹੈ ਦੁਆਰ ਸੁਆਨ ਜਿਉ ਡੋਲਤ, ਨਹਿ ਸੁਧ ਰਾਮ ਭਜਨ ਕੀ। ਮਾਨਸ ਜਨਮ ਅਕਾਰਥ ਖੋਵਤ, ਲਾਜ ਨਾ ਲੋਕ ਹਸਨ ਕੀ। ਨਾਨਕ ਹਰ ਜਸ ਕਿਉ ਨਹੀਂ ਗਾਵਤ, ਕੁਮਤ ਬਿਨਾਸੈ ਤਨ ਕੀ। ਮਾਨਸ ਜਨਮ ਅਕਾਰਥ ਖੋਵਤ, ਲਾਜ ਨਾ ਲੋਕ ਹਸਨ ਕੀ। ਨਾਨਕ ਹਰ ਜਸ ਕਿਉ ਨਹੀਂ ਗਾਵਤ, ਕੁਮਤ ਬਿਨਾਸੈ ਤਨ ਕੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਗੋਦ ਅੰਦਰ ਸੁਭਾਏਮਾਨ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਵਡਭਾਗੇ ਹਾਂ। ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਹੈ, ਨਿਤਾ ਪ੍ਰਤੀ ਲੜੀਵਾਰ ਗੁਰ ਸ਼ਬਦ ਦੀ ਵਿਚਾਰ ਸਰਵਣ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਗੁਰੂ ਸਾਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ, ਤਿਨਾਂ ਦਾ ਜੋ ਅੱਜ ਪਾਵਨ ਸ਼ਬਦ ਅਸੀਂ ਸਰਵਣ ਕੀਤਾ ਹੈ, ਜਿੱਥੇ ਅਸੀਂ ਗੌੜੀ ਰਾਗ ਦੇ 9 ਸ਼ਬਦ ਵਿਚਾਰ ਕੇ ਆਏ ਹਾਂ। ਅੱਜ ਅਸੀਂ ਇਹ ਆਸਾ ਰਾਗ ਦੇ ਅੰਦਰ ਪਾਵਨ ਸ਼ਬਦ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 411 ਉੱਪਰ ਸੁਭਾਏਮਾਨ ਹੈ, ਇਸ ਰਾਗ ਦੇ ਅੰਦਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਕੇਵਲ ਇੱਕ ਸ਼ਬਦ ਦਰਜ ਹੈ। ਲੜੀਵਾਰ ਅਸੀਂ 9 ਸ਼ਬਦਾਂ ਦੀ ਵਿਚਾਰ ਕੀਤੀ ਹੈ ਤੇ ਅੱਜ ਇਸ 10ਵੇਂ ਸ਼ਬਦ ਦੀ ਵਿਚਾਰ ਆਰੰਭ ਕਰਨੀ ਹੈ। ਗੁਰੂ ਸਾਹਿਬ ਸਮੱਤ ਬਖਸ਼ਣ, ਜੋ ਲੜੀਵਾਰ ਵਿਚਾਰ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਸਾਹਿਬ ਦਾ ਬਖਸ਼ਿਸ਼ ਕੀਤਾ ਹੋਇਆ ਉਪਦੇਸ਼ ਸਰਵਣ ਕਰ ਰਹੇ ਹਾਂ। ਗੁਰੂ ਸਾਹਿਬ ਸਮੱਤ ਬਖਸ਼ ਕੇ ਅੱਜ ਦਾ ਉਪਦੇਸ਼ ਵੀ ਸਾਡੇ ਇਹਨਾਂ ਕੰਨਾਂ ਦੇ ਰਾਹੀਂ ਸਾਡੇ ਹਿਰਦੇ ਵਿੱਚ ਟਿਕਾ ਦੇਣ। ਗੁਰੂ ਸਾਹਿਬ ਦੇ ਕੋਲੋਂ ਅਸੀਸ ਪ੍ਰਾਪਤ ਕਰੀਏ, ਮਨੋਬਿਰਤੀਆਂ ਨੂੰ ਇਕਾਗਰ ਚਿੱਤ ਕਰੀਏ। ਆਪਣੀਆਂ ਮਨੋਬਿਰਤੀਆਂ ਨੂੰ ਇਕਾਗਰ ਚਿੱਤ ਕਰਨ ਲੱਗਿਆਂ ਧਿਆਨ ਜਿਹੜਾ ਹੈ ਉਹ ਗੁਰੂ ਵੱਲ, ਗੁਰੂ ਨੂੰ ਸਮਰਪਣ ਕਰਕੇ ਉਚਾਰਨ ਕਰੀਏ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇਹ ਪਾਵਨ ਸ਼ਬਦ ਆਸਾ ਰਾਗ ਦੇ ਅੰਦਰ ਜਿਹਦੀ ਆਰੰਭਤਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਤੋਂ ਕੀਤੀ ਗਈ ਹੈ।
ਉਹ ਅਕਾਲ ਪੁਰਖ ਜਿਹੜਾ ਇੱਕ ਹੈ, ਸਰਬ ਵਿਆਪਕ ਹੈ, ਜਿਹਦੀ ਹੋਂਦ ਸਦੀਵੀ ਹੈ, ਸੱਚੀ ਹੈ, ਜਿਹਦਾ ਨਾਮ ਸੱਚਾ ਹੈ ਭਾਈ, ਉਹ ਕੇਵਲ ਸੱਚੇ ਸਤਿਗੁਰੂ ਤੇ ਬਗੈਰ ਪ੍ਰਾਪਤ ਨਹੀਂ ਹੋ ਸਕਦਾ। ਉਹਦੀ ਕਿਰਪਾ ਤੋਂ ਬਗੈਰ ਉਹਦੀ ਪ੍ਰਾਪਤੀ ਨਹੀਂ ਹੋ ਸਕਦੀ। ਅਤੇ ਨਾਲ ਹੀ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਇਹ ਜੋ ਆਸਾ ਰਾਗ ਦੇ ਅੰਦਰ ਸ਼ਬਦ ਆਰੰਭ ਹੁੰਦਾ ਹੈ, ਗੁਰੂ ਸਾਹਿਬ ਉਸ ਸ਼ਬਦ ਦੇ ਅੰਦਰ ਬਖਸ਼ਿਸ਼ ਕਰਦੇ ਨੇ ਕਿ ਬਿਰਥਾ ਕਹੋ ਕੌਣ ਸਿਉ ਮਨ ਕੀ, ਲੋਭ ਗ੍ਰਸਿਉ ਦਸ ਹੂੰ ਦਿਸ ਧਾਵਤ, ਆਸਾ ਲਾਗਿਓ ਧਨ ਕੀ। ਇਹ ਪਦਾ ਜਿਹੜਾ ਹੈ ਰਹਾਉ ਵਾਲਾ ਹੈ। ਪਿਛਲੇਰੇ ਸ਼ਬਦ ਵੀ ਅਸੀਂ ਜਿਹੜੇ ਸਰਵਣ ਕੀਤੇ ਸਨ, ਦੋ ਦੋ ਪਦਿਆਂ ਦੇ ਸਨ, ਅਤੇ ਇਹ ਵੀ ਸ਼ਬਦ ਜਿਹੜਾ ਆਸਾ ਰਾਗ ਦੇ ਅੰਦਰ ਹੈ ਦੋ ਪਦਿਆਂ ਦਾ ਹੈ। ਇਹਨਾਂ ਦੋ ਪਦਿਆਂ ਦੇ ਪਹਿਲਾਂ ਇੱਕ ਪਦ ਜਿਹੜਾ ਹੈ, ਤੀਜਾ ਪਦ ਜਿਹੜਾ ਉਚਾਰਨ ਕੀਤਾ ਹੈ, ਉਹ ਰਹਾਉ ਵਾਲਾ ਪਦਾ ਹੈ। ਅਤੇ ਗੁਰੂ ਸਾਹਿਬ ਇਸ ਵਿੱਚ ਬਖਸ਼ਿਸ਼ ਕਰਦੇ ਨੇ ਕਿ ਜਿਹੜਾ ਮਨੁੱਖ ਹੈ ਨਾ, ਇਸ ਧਰਤੀ ਦੇ ਉੱਤੇ 10 ਦਿਸ਼ਾਵਾਂ ਘੁੰਮਦਾ ਹੈ। 10 ਦਿਸ਼ਾਵਾਂ ਕਿਹੜੀਆਂ ਨੇ? ਇੱਕ ਧਰਤੀ, ਇੱਕ ਅਸਮਾਨ। ਹੁਣ ਆ ਕਮਰੇ ਵਿੱਚ ਬੈਠੇ ਹਾਂ ਅਤੇ ਚਾਰ ਪਾਸੇ ਅਤੇ ਚਾਰ ਨੁੱਕਰਾਂ। ਅਤੇ ਗੁਰੂ ਸਾਹਿਬ ਕਹਿੰਦੇ ਨੇ ਕਿ ਇਹ ਇਨਸਾਨ ਦੀ ਬਿਰਤੀ ਐਸੀ ਬਣੀ ਹੋਈ ਹੈ ਕਿ 10 ਦਿਸ਼ਾਵਾਂ ਵੱਲ ਦੌੜਾ ਫਿਰਦਾ ਹੈ। ਅਤੇ ਕਿਸ ਕਾਰਨ ਦੌੜਦਾ ਹੈ? ਲੋਭ ਗ੍ਰਸਿਓ। ਇਹ ਲੋਭ ਦੇ ਵਿੱਚ ਖਚਿਤ ਹੋ ਗਿਆ। ਇਹਨੂੰ ਲੋਭ ਕਿਸ ਚੀਜ਼ ਦਾ ਹੈ? ਗੁਰੂ ਸਾਹਿਬ ਕਹਿੰਦੇ ਨੇ ਆਸਾ ਲਾਗਿਓ ਧਨ ਕੀ। ਇਹਨੂੰ ਹੁਣ ਜਿਹੜੀ ਆਸ ਹੈ ਨਾ, ਜਿਹੜੀ ਇਹਦੀ ਤ੍ਰਿਸ਼ਨਾ ਹੈ, ਇਹਨੂੰ ਧਨ ਦੀ ਤ੍ਰਿਸ਼ਨਾ ਲੱਗ ਗਈ। ਇਹ ਇਸ ਆਸ ਦੇ ਵਿੱਚ ਤੁਰਿਆ ਫਿਰਦਾ ਹੈ ਕਿ ਮੈਂ ਧਨ ਕਮਾ ਲਵਾਂ, ਮੈਂ ਮਾਇਆ ਇਕੱਠੀ ਕਰ ਲਵਾਂ, ਮੇਰੇ ਕੋਲ ਇੰਨਾ ਧਨ ਹੋਵੇ, ਲੋਕ ਮੇਰੀ ਜੈ ਜੈਕਾਰ ਕਰਨ। ਅਤੇ ਗੁਰੂ ਸਾਹਿਬ ਆਖਦੇ ਨੇ ਕਿ ਹੇ ਮਿੱਤਰ ਪਿਆਰੇ, ਜਿਸ ਧਨ ਦੇ ਵਿੱਚ, ਜਿਸ ਧਨ ਦੀ ਲਾਲਸਾ ਦੇ ਵਿੱਚ ਗ੍ਰਸਿਆ ਹੈ ਨਾ, ਹੁਣ ਇਹ ਮਨ ਜਿਹੜਾ ਵਾ, ਇਸ ਮਨ ਦੀ ਫਿਰ ਕੋਈ ਬਿਰਥਾ ਜਿਹੜੀ ਹੈ ਨਾ, ਜਿਹੜੇ ਤੇਰੇ ਮਨ ਦਾ ਬਲਬਲਾ ਉਹ ਕੋਈ ਸੁਣ ਨਹੀਂ ਸਕਦਾ। ਗੁਰੂ ਸਾਹਿਬ ਕਹਿੰਦੇ ਨੇ ਬਿਰਥਾ ਕਹੋ ਕੌਣ ਸਿਉ ਮਨ ਕੀ। ਆਪਣੇ ਮਨ ਦੀ ਜਿਹੜੀ ਬਿਰਥਾ ਹੈ, ਜਿਹੜੀ ਅਵਸਥਾ ਹੈ, ਮੈਂ ਕਿਹਦੇ ਅੱਗੇ ਬਿਆਨ ਕਰਾਂ, ਕਿਉਂਕਿ ਇਹ ਧਨ ਦੇ ਵਿੱਚ ਇੰਨਾ ਗਰਸ ਗਿਆ। ਅਤੇ ਗੁਰੂ ਸਾਹਿਬ ਕਹਿੰਦੇ ਜੇ ਤੇਰੇ ਮਨ ਦੀ ਇਹ ਅਵਸਥਾ ਹੈ, ਜੇ ਤੂੰ ਚਾਹੁੰਦਾ ਹੈ ਕਿ ਮੈਂ ਗੁਰੂ ਅੱਗੇ ਪੇਸ਼ ਕਰਾਂ, ਅਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਇਹ ਭਾਈ ਗੁਰੂ ਸਾਹਿਬ ਅੱਗੇ ਬੇਨਤੀ ਕਰ। ਅਤੇ ਗੁਰੂ ਫਿਰ ਸਮਝਾਉਂਦਾ ਹੈ ਵੀ ਧਨ ਜੋਬਨ ਅਰ ਫੁੱਲੜਾ, ਨਾਠੀ ਅੜੇ ਦਿਨ ਚਾਰ, ਪੱਬਣ ਕੇਰੇ ਪਤ ਜਿਉ, ਢਲ ਟੁੱਲ ਜੁੰਮਣ ਹਾਰ। ਕਹਿੰਦੇ ਜਦੋਂ ਤੂੰ ਆਪਣੇ ਮਨ ਦਾ ਵਲਵਲਾ, ਆਪਣੇ ਮਨ ਦੀ ਜਿਹੜੀ ਬਿਰਥਾ ਹੈ ਨਾ, ਇਹ ਗੁਰੂ ਨੂੰ ਅੱਗੇ ਸਮਰਪਣ ਹੋ ਕੇ, ਕਿਉਂਕਿ ਤੇਰਾ ਮਨ ਜਿਹੜਾ ਹੈ ਉਹ ਧਨ ਦੇ ਲਾਲਚ ਵਿੱਚ ਲੱਗਾ ਹੋਇਆ, ਅਤੇ ਤੇਰੇ ਮਨ ਦੀ ਜਿਹੜੀ ਅਵਸਥਾ ਹੈ ਕੇਵਲ ਗੁਰੂ ਪਛਾਣ ਸਕਦਾ, ਹੋਰ ਕੋਈ ਨਹੀਂ। ਅੱਗੇ ਸ਼ਬਦ ਦੇ ਅੱਗੇ ਆਉਣਾ, ਇਸੇ ਸ਼ਬਦ ਦੇ ਅੱਗੇ, ਕਿਉਂਕਿ ਮਨੁੱਖ ਚਾਰੇ ਪਾਸੇ ਘੁੰਮ ਕੇ ਵੇਖ ਲੈਂਦਾ। ਅਤੇ ਗੁਰੂ ਸਾਹਿਬ ਕਹਿੰਦੇ ਨੇ ਕਿ ਭਾਈ ਜਿਸ ਧਨ ਦਾ ਅਤੇ ਇਸ ਜਵਾਨੀ ਦਾ ਮਾਣ ਕਰਦਾ ਹੈ ਨਾ, ਇਹ 4 ਦਿਨਾਂ ਦੀ ਤੇਰੀ ਜ਼ਿੰਦਗੀ ਹੈ। ਮਤ ਮਨ ਦੇ ਵਿੱਚ ਇਹ ਸੋਚ ਕਿ ਮੈਂ ਸਦਾ ਸਥਿਰ ਰਹਿਣਾ, ਮੈਂ ਧਨ ਕਮਾ ਲੈਣਾ, ਹੁਣ ਮੈਂ ਧਨ ਕਮਾ ਕੇ ਆਹ ਐਸ਼ ਕਰਾਂਗਾ, ਉਹ ਐਸ਼ ਕਰਾਂਗਾ। ਅਤੇ ਗੁਰੂ ਸਾਹਿਬ ਕਹਿੰਦੇ ਨੇ ਧਨ ਕੇਵਲ ਕਮਾ ਕੇ ਮਨੁੱਖ ਐਸ਼ ਨਹੀਂ ਕਰ ਸਕਦਾ। ਇਸ ਧਨ ਦੇ ਕਾਰਨ, ਇਸ ਮਾਇਆ ਦੇ ਕਾਰਨ, ਜਿਹੜੀ ਤੂੰ ਧਨ ਕਮਾਇਆ ਹੋਇਆ ਨਾ, ਇਸ ਮਾਇਆ ਦੇ ਕਾਰਨ ਤੂੰ ਕੇਵਲ ਤ੍ਰਿਸ਼ਨਾ ਦੇ ਵਿੱਚ ਸੜੇਂਗਾ, ਅਤੇ ਉਸ ਤ੍ਰਿਸ਼ਨਾਲੂ ਬਿਰਤੀ ਦੇ ਨਾਲ ਤੂੰ ਕਦੇ ਪ੍ਰਮਾਤਮਾ ਨੂੰ ਨਹੀਂ ਪਾ ਸਕਦਾ। ਆ ਸਮਝਾਵਾਂ ਕਿ ਇਹ ਜਿਹੜੀ ਜਵਾਨੀ ਹੈ, ਇਹ ਜਿਹੜਾ ਤੇਰੇ ਕੋਲ ਧਨ ਹੈ, ਇਹ 4 ਦਿਨਾਂ ਦਾ ਪ੍ਰਾਹੁਣਾ ਹੈ। ਜਿਸ ਤਰ੍ਹਾਂ ਪੱਬਣ ਕੇਰੇ ਪੱਤ ਜਿਉ, ਢਲ ਟੁੱਲ ਜੰਮਣ ਹਾਰ। ਜਿੱਦਾਂ ਫੁੱਲ ਦੇ ਪੱਤੇ ਆ ਨਾ, ਕਮਲ ਦਾ ਫੁੱਲ ਹੀ ਲੈ ਲਓ, ਕਿਸੇ ਪ੍ਰਕਾਰ ਦਾ ਵੀ ਤੁਸੀਂ ਫੁੱਲ ਲੈ ਲਓ, ਉਹਦੇ ਜਿਹੜੇ ਪੱਤੇ ਆ ਨਾ, ਜਦੋਂ ਖਿੜਦੇ ਬੜੇ ਸੁੰਦਰ ਲੱਗਦੇ ਨੇ, ਪਰ ਜਦੋਂ ਉਹਨਾਂ ਦੀ ਜਵਾਨੀ ਝੜ ਜਾਂਦੀ ਹੈ, ਜਵਾਨੀ ਨਿਕਲ ਜਾਂਦੀ ਹੈ, ਤਾਂ ਫਿਰ ਉਹ ਮੁਰਝਾ ਜਾਂਦੇ ਨੇ।
ਫਿਰ ਉਹਨਾਂ ਦੀ ਮੌਤ ਹੋ ਜਾਂਦੀ ਹੈ, ਫਿਰ ਉਹਨਾਂ ਦੇ ਅੰਦਰੋਂ ਬਦਬੂ ਆਉਣ ਲੱਗ ਜਾਂਦੀ ਹੈ। ਅਤੇ ਜਿਹਦੇ ਲਾਗੋਂ ਬਦਬੂ ਆਏ ਫਿਰ ਉਹਦੇ ਲਾਗੇ ਕੋਈ ਬੈਠਦਾ ਨਹੀਂ, ਉਹਦੇ ਲਾਗੇ ਕੋਈ ਢੁੱਕਦਾ ਨਹੀਂ। ਅਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਆਖਦੇ ਨੇ ਕਿ ਭਾਈ ਤੇਰੇ ਅੰਦਰ ਤੇ ਧਨ ਦੀ ਬਦਬੂ ਆ ਰਹੀ ਹੈ, ਤੂੰ ਲੋਭ ਵਿੱਚ ਗਰਸਿਆ ਗਿਆ ਹੈ, ਹੁਣ ਤੇਰੇ ਅੰਦਰ ਲੋਭ ਉਤਪੰਨ ਹੋ ਗਿਆ। ਅਤੇ ਜਦੋਂ ਤੇਰੇ ਅੰਦਰ ਲੋਭ ਉਤਪੰਨ ਹੋ ਗਿਆ ਨਾ, ਤਾਂ ਫਿਰ ਇਸ ਸੰਸਾਰ ਦੇ ਉੱਤੇ ਤੈਨੂੰ ਪਰਮਾਤਮਾ ਦਾ ਨਾਮ ਜਿਹੜਾ ਉਹ ਮਿੱਠਾ ਨਹੀਂ ਲੱਗਣਾ। ਫਿਰ ਕੇਵਲ ਤੇਰੀਆਂ ਅੱਖਾਂ ਦੇ ਸਾਹਮਣੇ ਧਨ ਹੋਵੇਗਾ, ਤੂੰ ਧਨ ਕਮਾਉਣ ਦੀ ਖਾਤਰ ਕੁਝ ਵੀ ਕਰੇਂਗਾ। ਜਦੋਂ ਅਸੀਂ ਸੰਸਾਰ ਦੇ ਇਤਿਹਾਸ ਵੱਲ ਵੇਖਦੇ ਹਾਂ ਨਾ, ਇੱਕ ਬਾਦਸ਼ਾਹ ਹੋਇਆ ਕਾਰੂ ਬਾਦਸ਼ਾਹ, ਸਾਰਾ ਸੰਸਾਰ ਉਹਨੇ ਸਾਰੀ ਧਰਤੀ ਜਿੱਤ ਲਈ। ਹੋਕਾ ਦੇ ਦਿੱਤਾ ਕਿਸੇ ਦੇ ਘਰ ਵਿੱਚ ਧਨ ਨਾ ਹੋਵੇ, ਧਨ ਲੁੱਟ ਲਿਆ, ਲੋਕਾਂ ਦੇ ਘਰਾਂ ਦੇ ਘਰ ਤਬਾਹ ਕਰ ਦਿੱਤੇ। ਮਨ ਵਿੱਚ ਇੰਨੀ ਲਾਲਸਾ ਏ ਕਿ ਹਰ ਇੱਕ ਘਰ ਦੇ ਵਿੱਚੋਂ ਇੱਕ ਟਕਾ ਵੀ ਨਹੀਂ ਰਹਿਣ ਦਿੱਤਾ। ਅਤੇ ਜਦੋਂ ਇੱਕ ਟਕਾ ਵੀ ਨਾ ਰਿਹਾ ਕਿਸੇ ਦੇ ਘਰ ਵਿੱਚ, ਲੋਕ ਤਰਲਿਆਂ 'ਤੇ ਆ ਗਏ, ਸਾਨੂੰ ਇੱਕ ਬੁਰਕੀ ਰੋਟੀ ਦੀ ਮਿਲ ਜਾਵੇ। ਤਾਂ ਫਿਰ ਆਪਣੇ ਰਾਜ ਦੇ ਵਿੱਚੋਂ ਇੱਕ ਹੁਕਮ ਜਿਹੜਾ ਕੱਢਦਾ ਹੈ ਕਿ ਮੈਂ ਆਪਣੀ ਧੀ ਦਾ ਵਿਆਹ ਕਰਨਾ, ਅਤੇ ਹੁਣ ਕੋਈ ਟਕਾ ਦੇ ਕੇ ਜਾਵੇ। ਟਕਾ ਇੱਕ ਟਕਾ ਜਿਹੜਾ ਲੈ ਕੇ ਆਵੇਗਾ ਉਹਦੇ ਨਾਲ ਮੈਂ ਆਪਣੀ ਧੀ ਦਾ ਵਿਆਹ ਕਰਾਂਗਾ। ਇੱਕ ਗਰੀਬ ਮਜ਼ਦੂਰ ਦਾ ਲੜਕਾ ਉਹ ਜਿੱਦ ਕਰਨ ਲੱਗਾ, ਕਹਿੰਦਾ ਮਾਂ ਇੱਕ ਟਕੇ ਦੀ ਕਿਹੜੀ ਗੱਲ ਹੈ, ਰਾਜੇ ਨੇ ਮੈਨੂੰ ਧੀ ਦੇ ਦੇਣੀ ਹੈ। ਅਤੇ ਮਾਂ ਜਾਣਦੀ ਸੀ, ਮਾਂ ਸਿਆਣੀ ਸੀ, ਉਹ ਮਾਂ ਸੀ ਜਿਹਨੇ ਪਤਾ ਸੀ ਕਿ ਸੰਸਾਰ ਦੇ ਉੱਤੇ ਜਿਸ ਰਾਜੇ ਨੇ ਘਰਾਂ ਦੇ ਵਿੱਚ ਇੱਕ ਦਮੜਾ ਨਹੀਂ ਰਹਿਣ ਦਿੱਤਾ, ਉਹ 1 ਰੁਪਈਏ ਦੀ ਖਾਤਰ ਆਪਣੀ ਧੀ ਕਿਸ ਨੂੰ ਦੇਵੇਗਾ। ਉਹਨੂੰ ਪਤਾ ਸੀ ਕਿ ਇਹ ਲਾਲਚ ਵਿੱਚ ਹੈ ਕਿ ਹੁਣ ਵੀ ਮੈਂ ਵੇਖਾਂ ਕਿ ਇਸ ਸੰਸਾਰ ਦੇ ਉੱਤੇ ਕਿਸੇ ਦੇ ਕੋਲ ਧਨ ਹੈ। ਉਹਨੇ ਜਦੋਂ ਹੁਕਮ ਕੀਤਾ, ਪੁੱਤ ਨੇ ਮਾਂ ਦੇ ਅੱਗੇ ਤਰਲਾ ਕੀਤਾ, ਮਾਂ ਮੈਨੂੰ 1 ਟਕਾ ਦੇ। ਅਤੇ ਮਾਂ ਨੇ ਜਿਸ ਤਰ੍ਹਾਂ ਅੱਜ ਦੇ ਸਮੇਂ ਮਾਂ ਖਿਝ ਪੈਂਦੀ ਹੈ ਨਾ, ਮਾਂ ਨੇ ਖਿਝ ਕੇ ਆਖਿਆ, ਜਾ ਪੁੱਤਰ ਤੇਰਾ ਪਿਓ ਮਰਿਆ ਸੀ, ਅਤੇ ਜਿਸ ਦਿਨ ਮਰਿਆ ਸੀ ਉਹਦੇ ਮੱਥੇ ਉੱਤੇ 1 ਰੁਪਈਆ ਜਿਹੜਾ ਰੱਖ ਕੇ ਉਹਨੂੰ ਦਫਨਾਇਆ ਸੀ, ਤੇਰੇ ਪਿਓ ਦੀ ਕਬਰ ਵਿੱਚ ਹੈ। ਅਤੇ ਸੱਚ ਜਾਣਿਓ ਉਸ ਮੁੰਡੇ ਨੇ, ਉਸ ਲੜਕੇ ਨੇ ਕਬਰ ਦੇ ਵਿੱਚੋਂ 1 ਟਕਾ ਕੱਢਿਆ। 1 ਟਕਾ ਕੱਢ ਕੇ ਅਤੇ ਜਾ ਰਾਜੇ ਦੇ ਅੱਗੇ ਪੇਸ਼ ਕੀਤਾ। ਰਾਜਾ ਹੈਰਾਨ ਰਹਿ ਗਿਆ, ਉਹ ਕਾਰੂ ਬਾਦਸ਼ਾਹ ਹੈਰਾਨ ਰਹਿ ਗਿਆ ਕਿ 1 ਟਕਾ ਕਿੱਥੋਂ ਲੈ ਕੇ ਆਇਆ, ਮੈਂ ਤਾਂ ਸਾਰੀ ਧਰਤੀ ਦੇ ਉੱਤੇ ਮੇਰੇ ਰਾਜ ਦੇ ਵਿੱਚ ਕਿਸੇ ਕੋਲ ਦੰਬੜਾ ਨਹੀਂ ਰਹਿਣ ਦਿੱਤਾ, ਇਹ ਟਕਾ ਕਿੱਥੋਂ ਲੈ ਆਇਆ। ਅਤੇ ਸੱਚ ਜਾਣਿਓ ਉਸ ਰਾਜੇ ਨੇ ਜਦੋਂ ਉਸ ਬਾਲਕ ਨੂੰ ਪੁੱਛਿਆ, ਬਾਲਕ ਨੇ ਆਖਿਆ ਮੇਰੇ ਪਿਓ ਦੀ ਕਬਰ ਵਿੱਚ ਮੱਥੇ ਉੱਤੇ ਟਕਾ ਸੀ। ਅਤੇ ਉਸ ਬਾਦਸ਼ਾਹ ਨੇ ਕਬਰਾਂ ਪੜਾ ਦਿੱਤੀਆਂ, ਕਬਰ ਦੇ ਵਿੱਚ ਵੀ ਪਿਆ ਹੋਇਆ ਧਨ ਜਿਹੜਾ ਉਹ ਆਪਣੀ ਗੋਲਕ ਵਿੱਚ ਪਾ ਲਿਆ। ਇੰਨਾ ਮਨੁੱਖ ਲੋਭ ਦੇ ਵਿੱਚ ਗਰਸ ਜਾਂਦਾ ਹੈ ਕਿ ਮਰੇ ਹੋਏ ਮਨੁੱਖ ਦੇ ਮੱਥੇ ਉੱਤੇ ਰੱਖਿਆ ਹੋਇਆ ਰੁਪਈਆ ਵੀ ਉਹ ਇੰਨੇ ਲੋਭ ਵਿੱਚ ਆਣ ਕੇ ਉਹ ਰੁਪਈਏ ਵੀ ਇਕੱਠੇ ਕਰਨ ਲੱਗ ਪੈਂਦਾ। ਅਤੇ ਗੁਰੂ ਸਾਹਿਬ ਕਹਿੰਦੇ ਨੇ, ਹੇ ਭਾਈ ਇੰਨਾ ਮਨ ਦੇ ਅੰਦਰ ਲਾਲਚ, ਇੰਨਾ ਮਨ ਦੇ ਅੰਦਰ ਲੋਭ ਕਿ ਸੰਸਾਰ ਦੇ ਉੱਤੇ 10 ਦਿਸ਼ਾਵਾਂ ਦੌੜਨਾ ਪਿਆ ਕਾਰੂ ਬਾਦਸ਼ਾਹ ਵਾਂਗਾ। ਹੁਣ ਤੇਰੀ ਬਿਰਥਾ ਕੌਣ ਸੁਣੇ, ਤੇਰੇ ਮਨ ਦੀ ਆਸ ਕੌਣ ਸੁਣੇ। ਬਿਰਥਾ ਕਹੋ ਕੌਣ ਸਿਉ ਮਨ ਕੀ, ਤੇਰੇ ਮਨ ਦੀ ਜਿਹੜੀ ਬਿਰਥਾ ਹੈ, ਤੇਰੇ ਮਨ ਦਾ ਜਿਹੜਾ ਵਲਵਲਾ ਕੌਣ ਸੁਣੇ। ਕੇਵਲ ਗੁਰੂ ਸੁਣ ਸਕਦਾ। ਕਿਉਂ? ਕਿਉਂਕਿ ਇਸ ਸੰਸਾਰ ਦੇ ਉੱਤੇ ਮਨੁੱਖ ਕੀ ਕਰਦਾ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਸੁਖ ਕੈ ਹੇਤ ਬਹੁਤ ਦੁੱਖ ਪਾਵਤ, ਸੇਵ ਕਰਤ ਜਨ ਜਨ ਕੀ। ਹੁਣ ਜਿਹੜੀ ਸਾਖੀ ਸਰਵਣ ਕੀਤੀ ਅਸੀਂ, ਸੁਖ ਕੇ ਹੇਤ ਬਹੁਤ ਦੁੱਖ ਪਾਵਤ। ਹੁਣ ਰਾਜਾ ਚਾਹੁੰਦਾ ਸੀ, ਉਹ ਕਾਰੂ ਬਾਦਸ਼ਾਹ ਚਾਹੁੰਦਾ ਸੀ ਕਿ ਮੈਨੂੰ ਸੁੱਖ ਮਿਲੇ, ਮੈਂ ਧਨ ਇਕੱਠਾ ਕਰ ਲਵਾਂ, ਮੇਰੇ ਮਨ ਦੀ ਚਿੰਤਾ ਖਤਮ ਹੋ ਜਾਵੇ, ਕਿਸੇ ਕੋ ਧਨ ਨਹੀਂ, ਮੈਂ ਸਭ ਤੋਂ ਅਮੀਰ ਹਾਂ। ਪਰ ਉਸ ਸੁੱਖ ਦੀ ਖਾਤਰ ਜਿਹੜਾ ਦੁੱਖ ਫਿਰ ਪਾਇਆ, ਜਦੋਂ ਉਸ ਬਾਲਕ ਨੇ ਟਕਾ ਲਿਆ ਕੇ ਅੱਗੇ ਰੱਖਿਆ ਨਾ, ਮਨ ਵਿੱਚ ਫਿਰ ਦੁੱਖ ਆ ਗਿਆ ਕਿ ਫਿਰ ਮੁਰਦਿਆਂ ਦੇ ਕੋਲ ਪੈਸੇ। ਗੁਰੂ ਸਾਹਿਬ ਕਹਿੰਦੇ ਨੇ ਕਿ ਸੁੱਖ ਕੇ ਹੇਤ, ਸੁੱਖ ਦੇ ਹੇਤ, ਸੁੱਖ ਦੇ ਕਾਰਨ ਤੂੰ ਧਨ ਇਕੱਠਾ ਕਰਦਾ ਪਿਆ, ਪਰ ਇਹ ਧਨ ਤੈਨੂੰ ਦੁੱਖ ਦੇਵੇਗਾ। ਅਤੇ ਫਿਰ ਜਦੋਂ ਸੁੱਖ ਦੀ ਖਾਤਰ ਇਸ ਧਰਤੀ ਦੇ ਉੱਤੇ ਧਨ ਇਕੱਠਾ ਕਰਦਾ ਹੈ ਨਾ, ਫਿਰ ਤੂੰ ਇਹ ਨਹੀਂ ਸਮਝਦਾ। ਸਤਿਗੁਰੂ ਜੀ ਕਹਿੰਦੇ ਨੇ, ਸੇਵ ਕਰਤ ਜਨ ਜਨ ਕੀ।
ਫਿਰ ਤੂੰ ਤੇਰੇ ਸਾਹਮਣੇ ਕੋਈ ਵੀ ਆ ਜਾਵੇ ਧਨ ਦੀ ਖਾਤਰ ਫਿਰ ਤੂੰ ਉਹਦੀ ਸੇਵਾ ਵਿੱਚ ਲੱਗ ਜਾਂਦਾ, ਫਿਰ ਉਹਦੀ ਉਸਤਤ ਕਰਨ ਲੱਗ ਜਾਂਦਾ, ਚਾਹੇ ਉਹ ਕਿੱਡਾ ਵੀ ਤ੍ਰਿਸ਼ਾਲੂ ਮਨੁੱਖ ਕਿਉਂ ਨਾ ਹੋਵੇ, ਜਿਹਦੇ ਅੰਦਰ ਤ੍ਰਿਸ਼ਨਾ ਹੋਵੇ, ਕਿੰਨਾ ਵੀ ਕਾਮੀ ਮਨੁੱਖ ਨਾ ਹੋਵੇ, ਤੂੰ ਉਹਦੀ ਉਸਤਤ ਕਰਦਾ ਕਿਉਂ? ਕਿਉਂਕਿ ਤੈਨੂੰ ਪਤਾ ਇਹਦੇ ਕੋਲੋਂ ਮੈਨੂੰ ਧਨ ਮਿਲਣਾ। ਅਤੇ ਗੁਰੂ ਸਾਹਿਬ ਕਹਿੰਦੇ ਨੇ ਦੁਆਰ ਇਹ ਦੁਆਰ ਸਮਾਨ ਜਿਉਂ ਡੋਲਤ, ਸਮਾਨ ਕਹਿੰਦੇ ਨੇ ਕੁੱਤੇ ਨੂੰ, ਕਹਿੰਦੇ ਫਿਰ ਤੂੰ ਕੁੱਤਿਆਂ ਵਾਂਗ ਦੁਆਰ ਦੁਆਰ ਦੇ ਉੱਤੇ ਜਾ ਕੇ ਨੱਕ ਗੋਡੇ ਰਗੜਦਾ। ਨੈ ਸੁਧ ਰਾਮ ਭਜਨ ਕੀ। ਹੁਣ ਇਹ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਬਚਨ ਹੈ। ਅਤੇ ਜਦੋਂ ਅਸੀਂ ਬਾਬੇ ਬਕਾਲੇ ਦੀ ਧਰਤੀ 'ਤੇ ਨਿਗਾਹ ਮਾਰਦੇ ਹਾਂ ਨਾ, ਅਤੇ 22 ਮੰਜੀਆਂ ਲੱਗੀਆਂ, ਕੁੱਤੇ ਦੀ ਤਰ੍ਹਾਂ ਮਨੁੱਖ ਕਿੱਦਾਂ ਫਿਰਦਾ, ਕਿੱਦਾਂ ਹਲਕਾਇਆ ਫਿਰਦਾ ਕੁੱਤੇ ਦੀ ਤਰ੍ਹਾਂ। ਅਸੀਂ ਆਪਣੇ ਅੰਦਰ ਵੀ ਝਾਤੀ ਮਾਰਨੀ ਹੈ। ਗੁਰੂ ਸਾਹਿਬ ਕਹਿੰਦੇ ਨੇ ਬਾਬੇ ਬਕਾਲੇ ਦੀ ਧਰਤੀ ਦੇ ਉੱਤੇ ਧੰਨ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਜੀ ਨੇ ਕਿਹਾ ਸੀ, ਬਾਬਾ ਬਸੇ ਜੇ ਗ੍ਰਾਮ ਬਕਾਲੇ, ਅਤੇ 22 ਮੰਜੀਆਂ ਲੱਗ ਗਈਆਂ 22। ਹੁਣ ਸਾਡੇ ਵਰਗੀ ਸੰਗਤ ਫਿਰ ਉਹਨਾਂ ਬਾਈਆਂ ਦੇ ਕੋਲੋਂ ਜਾ ਕੇ ਨੱਕ ਗੋਡੇ ਰਗੜਦੀ ਹੈ, ਸੁੱਖ ਭਾਲਦੀ ਹੈ ਨਾ। ਸੱਚੇ ਗੁਰੂ ਦੀ ਭਾਲ ਕਰਨ ਦਾ ਸਾਨੂੰ ਵੱਲ ਹੀ ਨਹੀਂ, ਅਸੀਂ ਕਦੀ ਆਏ ਨਹੀਂ, ਕਦੀ ਸਾਡੇ ਮਨ ਵਿੱਚ ਇਹ ਸੋਚ ਆਈ ਨਹੀਂ ਕਿ ਅਸੀਂ ਸੱਚੇ ਗੁਰੂ ਨੂੰ ਮਿਲਣ ਵਾਸਤੇ ਜਾਣਾ। ਅਤੇ ਸੱਚਾ ਗੁਰੂ ਹੈ ਕੌਣ, ਕਦੇ ਸਾਡੇ ਮਨ 'ਚ ਸਵਾਲ ਆਇਆ? ਕੇਵਲ ਸਾਡੇ ਮਨ 'ਚ ਇਹ ਹੁੰਦਾ ਕਿ ਅਸੀਂ ਗੁਰਦੁਆਰੇ ਜਾਣਾ, ਮੱਥਾ ਟੇਕਣਾ, ਇਹ ਸਾਡਾ ਕਰਮ ਹੈ। ਭਾਈ ਕਰਮ ਨਹੀਂ, ਕਰਮ ਤਾਂ ਅਸੀਂ ਨਿਭਾਉਣਾ, ਪਰ ਸੁਚੇਤ ਕਿਵੇਂ ਹੋਣਾ? ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਨਾ ਹੋਵੇ ਕਿ ਬਿਰਤੀ ਕੇਵਲ ਕੁੱਤੇ ਵਾਲੀ ਹੋਵੇ। ਫਿਰ ਹੁਣ ਉੱਥੇ 22 ਮੰਜੀਆਂ ਲੱਗੀਆਂ, ਸੰਗਤ ਸਾਰੀ ਆਉਂਦੀ ਹੈ, ਸਾਰੇ ਆਣ ਕੇ ਮੱਥਾ ਟੇਕਦੇ ਨੇ ਵਾਰੀ ਵਾਰੀ, ਜਿੰਨੇ ਵੀ ਉੱਥੇ ਬੈਠੇ ਨੇ, ਅਤੇ ਸਾਰਿਆਂ ਨੂੰ ਮੱਥਾ ਟੇਕ ਕੇ ਜਿਹੜਾ ਕੋਈ ਲੁੱਟ ਕੇ ਲੈ ਗਿਆ ਬਾਹਰ, ਉਹਨਾਂ ਫਿਰ ਬਾਈਆਂ ਨੇ ਆਪਣੇ ਆਪਣੇ ਅਹਿਲਕਾਰ ਛੱਡੇ ਨੇ, ਆਪਣੇ ਚੇਲੇ ਚਾਟੜੇ ਛੱਡੇ ਨੇ, ਅਤੇ ਉਹ ਆਣ ਕੇ ਫਿਰ ਕਹਿੰਦੇ ਨੇ ਕਿ ਭਾਈ ਇਹ ਸੱਚਾ ਗੁਰੂ ਹੈ। ਅਤੇ ਹੁਣ ਜਿਹਦੇ ਕੋਲ ਪਰਖ ਨਹੀਂ ਭਾਈ, ਉਹ ਫਿਰ ਜਾਂਦਾ ਹੈ, ਜਾ ਕੇ ਉੱਥੇ ਟਕਾ ਰੱਖ ਕੇ ਚਲਾ ਜਾਂਦਾ। ਫਿਰ ਉੱਥੇ ਜਿਹੜਾ ਮਨ ਦੀ ਬਿਰਥਾ ਕਹਿਣ ਵਾਲਾ ਇੱਕ ਸਿੱਖ ਆਇਆ, ਭਾਈ ਮੱਖਣ ਸ਼ਾਹ ਲੁਬਾਣਾ, ਜਿਹਨੇ ਸੱਚੇ ਮਨੋਂ ਅਰਦਾਸ ਕੀਤੀ ਸੀ ਨਾ, ਹੇ ਪਾਤਸ਼ਾਹ ਮੇਰਾ ਬੇੜਾ ਡੁੱਬ ਚੱਲਿਆ, ਇਹਨੂੰ ਪਾਰ ਲੰਘਾ ਦੇ। ਅਤੇ ਪਾਤਸ਼ਾਹ ਨੇ ਉਹ ਪਾਰ ਲੰਘਾਇਆ ਸੀ। ਪਤਾ ਚੱਲਿਆ ਕਿ ਜੋਤ ਜਿਹੜੀ ਆ ਉਹ ਬਾਬੇ ਬਕਾਲੇ ਵਸੀ ਹੈ। ਆਣ ਕੇ ਤੱਕਿਆ 22 ਮੰਜੀਆਂ ਲੱਗੀਆਂ, ਅਤੇ ਬਾਈਆਂ ਦੇ ਕੋਲ ਗਿਆ। ਸਾਖੀ ਅਸੀਂ ਸਰਵਣ ਕੀਤੀ, ਮੈਂ ਜ਼ਿਆਦਾ ਐਕਸਪਲੇਨ ਨਾ ਕਰਾਂ ਇਹਦੀ। ਜਦੋਂ ਬਾਈਆਂ ਦੇ ਕੋਲ ਜਾ ਕੇ ਥੱਕ ਟੁੱਟ ਕੇ ਬੈਠ ਗਿਆ, ਫਿਰ ਰੋਇਆ ਨਹੀਂ, ਆਪਣੇ ਮਨ ਦਾ ਵਲਵਲਾ ਫਿਰ ਗੁਰੂ ਅੱਗੇ ਰੱਖਿਆ। ਪਾਤਸ਼ਾਹ ਤੇਰਾ ਰੁਤਬਾ ਕਿੰਨਾ ਉੱਚਾ। ਇੱਕ ਦਿਨ ਮੈਂ ਸਮੁੰਦਰ ਦੇ ਵਿੱਚ ਬੈਠਾ ਹੋਇਆ, ਮੇਰਾ ਬੇੜਾ ਡੋਲ ਗਿਆ, ਅਤੇ ਮੈਂ ਤੇਰੇ ਅੱਗੇ ਅਰਦਾਸ ਕੀਤੀ, ਪਾਤਸ਼ਾਹ ਰਹਿਮਤ ਕਰ, ਇਸ ਬੇੜੇ ਨੂੰ ਪਾਰ ਲਾ ਦੇ। ਅਤੇ ਪਾਤਸ਼ਾਹ ਉਸ ਦਿਨ ਤੂੰ ਉਹ ਬੇੜਾ ਪਾਰ ਲੰਘਾ ਦਿੱਤਾ ਸੀ, ਅਤੇ ਮੈਨੂੰ ਮੁਨਾਫਾ ਬੜਾ ਹੋਇਆ ਸੀ, ਮੇਰੇ ਕੋਲ ਧਨ ਬਹੁਤ ਆਇਆ ਸੀ। ਅੱਜ ਮੇਰਾ ਬੇੜਾ, ਮਨ ਦਾ ਬੇੜਾ ਡੋਲ ਗਿਆ, ਮੈਨੂੰ ਸਾਹਮਣੇ ਨਜ਼ਰ ਹੀ ਨਹੀਂ ਆਉਂਦਾ। ਜਿਸ ਪਾਤਸ਼ਾਹ ਨੇ ਮੋਢਾ ਦਿੱਤਾ ਨਾ ਜਹਾਜ਼ ਨੂੰ, ਉਹ ਪਾਤਸ਼ਾਹ ਮੈਨੂੰ ਨਜ਼ਰ ਨਹੀਂ ਆਉਂਦਾ। ਪਾਤਸ਼ਾਹ ਅੱਜ ਮੇਰਾ ਮਨ ਦਾ ਬੇੜਾ ਡੋਲ ਗਿਆ, ਰਹਿਮਤ ਕਰ, ਇਸ ਮਨ ਦੇ ਬੇੜੇ ਨੂੰ ਡੁਲਾਉਣ ਤੋਂ ਬਚਾ ਲੈ, ਇਸ ਬੇੜੇ ਨੂੰ ਪਾਰ ਲੰਘਾ। ਅਤੇ ਇਹ ਬੇੜਾ ਜਿਸ ਤਰ੍ਹਾਂ ਸਮੁੰਦਰ ਦੇ ਕਿਨਾਰੇ ਉੱਤੇ ਪੜਿਆ ਸੀ, ਮੈਂ ਤੇਰੇ ਚਰਨਾਂ ਦੇ ਕਿਨਾਰੇ ਉੱਤੇ ਆ ਜਾਵਾਂ। ਅਰਦਾਸ ਕੀਤੀ, ਅਤੇ ਜਦੋਂ ਅਰਦਾਸ ਕੀਤੀ, ਅਰਦਾਸ ਕਰਕੇ ਫਿਰ ਕਿਸੇ ਨੇ ਕੰਨਾਂ ਵਿੱਚ ਆਵਾਜ਼ ਪਾਈ, ਭਾਈ ਇੱਥੇ ਇੱਕ ਬੰਦ ਕੋਠੇ ਦੇ ਵਿੱਚ ਸੁਣਿਆ ਹੈ ਕਿ ਉਹ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਫਰਜ਼ੰਦ ਨੇ, ਉਹ ਬੰਦਗੀ ਕਰਦੇ ਨੇ, ਕਿਸੇ ਨੂੰ ਦਰਸ਼ਨ ਨਹੀਂ ਦਿੰਦੇ। ਅਤੇ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਫਿਰ ਉਸ ਭੋਰੇ ਵਿੱਚ ਬੈਠੇ ਹੋਏ ਬੰਦਗੀ ਕਰਦੇ ਸਨ। ਅਤੇ ਮੱਖਣ ਸ਼ਾਹ ਲਬਾਣਾ ਗਿਆ, ਜਾ ਕੇ ਦਰਸ਼ਨ ਕੀਤੇ, ਅਤੇ ਫਿਰ ਉੱਠ ਕੇ ਪੱਲੂ ਫੇਰਿਆ ਕਿ ਗੁਰੂ ਲਾਧੋ ਰੇ, ਗੁਰੂ ਲਾਧੋ ਰੇ, ਮੇਰਾ ਗੁਰੂ ਲੱਭ ਗਿਆ। ਉਹ ਗੁਰੂ ਜਿਹਨੇ ਮਨ ਦੀ ਅਵਸਥਾ ਬੁੱਝਣੀ ਹੈ, ਜਿਹਨੇ ਮਨ ਦੀ ਜਾਣਨੀ ਹੈ, ਜਿਹਦੇ ਅੱਗੇ ਹੁਣ ਬੇਨਤੀ ਕਰਨੀ ਹੈ। ਸਤਿਗੁਰੂ ਜੀ ਕਹਿੰਦੇ, ਹੇ ਭਾਈ ਇਸ ਸੰਸਾਰ ਦੇ ਉੱਤੇ ਡੋਲ ਨਾ, ਉਹਦੇ ਅੱਗੇ ਅਰਦਾਸ ਕਰ, ਕਿਉਂਕਿ ਬਿਰਥੀ ਕਦੇ ਨਾ ਹੋਵੇ
ਜਨ ਕੀ ਅਰਦਾਸ, ਕਦੇ ਉਹਦੇ ਜਨ ਦੀ ਅਰਦਾਸ ਬਿਰਥੀ ਨਹੀਂ ਜਾਂਦੀ। ਫਿਰ ਉਹ ਆਪਣੇ ਥਾਂ ਨੂੰ, ਆਪਣੇ ਟਿਕਾਣੇ ਨੂੰ ਦੱਸ ਦਿੰਦਾ ਹੈ। ਅਤੇ ਗੁਰੂ ਸਾਹਿਬ ਕਹਿੰਦੇ ਨੇ ਕਿ ਹੇ ਭਾਈ, ਇਸ ਸੰਸਾਰ ਦੇ ਉੱਤੇ ਮਨੁੱਖ ਸੁੱਖ ਦੀ ਖਾਤਰ ਜਿਹੜਾ ਵਾ ਆਸੇ ਪਾਸੇ ਦਸਾਂ ਦਿਸ਼ਾਵਾਂ ਵੱਲ ਦੌੜਾ ਫਿਰਦਾ ਹੈ। ਆਪਣੇ ਮਨ ਦੀ ਜਿਹੜੀ ਹੈ ਉਹ ਬਿਰਥਾ ਗੁਰੂ ਅੱਗੇ ਨਹੀਂ ਰੱਖਦਾ। ਜੇ ਦਸਾਂ ਦਿਸ਼ਾਵਾਂ ਵੱਲ ਦੌੜਾ ਹੋਇਆ ਸੁੱਖ ਭਾਲਦਾ ਹੈ, ਪਰ ਸੁੱਖ ਦੀ ਖਾਤਰ ਜਿਹੜਾ ਇਹ ਥਾਂ ਥਾਂ 'ਤੇ ਦੂਜੇ ਟਿਕਾਣਿਆਂ 'ਤੇ ਜਾ ਕੇ ਸੇਵਾ ਕਰਦਾ। ਕਦੇ ਗੁਰੂ ਅੱਗੇ ਆਣ ਕੇ ਇਹਨੇ ਨਤਮਸਤਕ ਹੋ ਕੇ ਇਹ ਨਹੀਂ ਆਖਿਆ, ਸੱਚੇ ਪਾਤਸ਼ਾਹ ਮੇਰੇ ਮਨ ਦੀ ਅਵਸਥਾ ਇਹ ਹੈ ਕਿ ਮੈਨੂੰ ਇਸ ਗ੍ਰਸਤ ਵਿੱਚ ਰਹਿੰਦਿਆਂ ਹੋਇਆਂ ਮੈਨੂੰ ਆਪਣੇ ਨਾਮ ਦੀ ਸੋਝੀ ਕਰਾ ਦੇ। ਅਤੇ ਗੁਰੂ ਸਾਹਿਬ ਕਹਿੰਦੇ ਨੇ ਫਿਰ ਇਸ ਸੰਸਾਰ ਦੇ ਉੱਤੇ ਉਹਨੂੰ ਸਮਝ ਆ ਜਾਂਦੀ ਹੈ। ਫਿਰ ਉਹ ਡੋਲਦਾ ਨਹੀਂ, ਜਿਹੜਾ ਮਨ ਹੁਣ ਡੋਲਦਾ ਸੀ ਨਾ, ਦੁਆਰ ਹੈ ਦੁਆਰ ਸੁਆਣ ਜਿਉਂ ਡੋਲਤ, ਜਿਸ ਤਰ੍ਹਾਂ ਕੁੱਤਾ ਥਾਂ ਥਾਂ 'ਤੇ ਭਟਕਦਾ ਨਾ, ਥਾਂ ਥਾਂ 'ਤੇ ਜਾਂਦਾ, ਕੋਈ ਟੁਕੜਾ ਉਹਨੂੰ ਪਾ ਦਿੰਦਾ, ਕੋਈ ਰੋਟੀ ਸੁੱਟ ਦਿੰਦਾ, ਖਾ ਲੈਂਦਾ, ਨਹੀਂ ਤਾਂ ਡੰਡੇ ਪੈਂਦੇ ਆ। ਗੁਰੂ ਸਾਹਿਬ ਕਹਿੰਦੇ ਨੇ ਹੇ ਭਾਈ, ਉਸ ਕੁੱਤੇ ਦੀ ਬਿਰਤੀ ਨੂੰ ਹਟਾ, ਥਾਂ ਥਾਂ 'ਤੇ ਨਾ ਜਾ, ਕਿਉਂਕਿ ਤੈਨੂੰ ਪ੍ਰਮਾਤਮਾ ਦੇ ਨਾਮ ਦੀ ਹੁਣ ਸੁੱਧ ਨਹੀਂ, ਉਹ ਸੋਝੀ ਲੈ। ਨਹਿ ਸੁਧ ਰਾਮ ਭਜਨ ਕੀ, ਤੈਨੂੰ ਪ੍ਰਮਾਤਮਾ ਦੇ ਨਾਮ ਦੀ ਸੋਝੀ ਨਹੀਂ, ਪ੍ਰਮਾਤਮਾ ਦੇ ਨਾਮ ਦੀ ਬੰਦਗੀ ਨਹੀਂ। ਅਤੇ ਗੁਰੂ ਸਾਹਿਬ ਕਹਿੰਦੇ ਨੇ ਕਿ ਹੇ ਭਾਈ, ਮਾਨਸ ਜਨਮ ਅਕਾਰਥ ਖੂਵਤ, ਲਾਜ ਨਾ ਲੋਕ ਹਸਨ ਕੀ। ਹੇ ਭਾਈ, ਜਿਹੜਾ ਮਨੁੱਖਾ ਜਨਮ ਹੈ ਨਾ, ਇਹ ਬੜਾ ਔਖਾ ਮਿਲਦਾ, ਅਤੇ ਇਹ ਤੂੰ ਵਿਅਰਥ ਗਵਾ ਰਿਹਾ। ਥਾਂ ਥਾਂ ਦੇ ਉੱਤੇ ਭੱਜ ਕੇ, ਥਾਂ ਥਾਂ ਦੇ ਉੱਤੇ ਜਿਹੜਾ ਵਾ ਦੌੜ ਭੱਜ ਕੇ ਤੂੰ ਇਹਨੂੰ ਵਿਅਰਥ ਗਵਾ ਰਿਹਾ। ਮਾਨਸ ਜਨਮ ਅਕਾਰਥ ਖੂਵਤ, ਤੇਰਾ ਇਹ ਜੀਵਨ ਖੁੱਸ ਰਿਹਾ। ਲਾਜ ਨਾ ਲੋਕ ਹਸਨ ਕੀ, ਹੁਣ ਤੈਨੂੰ ਲੱਜਾ ਨਹੀਂ ਆਉਂਦੀ, ਲੋਕ ਇਹ ਤਾਨੇ ਮਾਰਦੇ ਨੇ ਕਿ ਭਾਈ ਇਹ ਫਲਾਣੇ ਡੇਰੇ 'ਤੇ ਜਾਂਦਾ, ਇਹ ਫਲਾਣੇ ਸਾਧ ਦੇ ਡੇਰੇ 'ਤੇ ਚੌਂਕੀਆਂ ਭਰਦਾ, ਇਹ ਫਲਾਣੇ ਮੰਦਰ ਵਿੱਚ ਮੱਥਾ ਟੇਕਦਾ, ਇਹਦਾ ਖਸਮ ਇੱਕ ਨਹੀਂ। ਲੋਕ ਹੁਣ ਹੱਸਦੇ ਨੇ ਅਤੇ ਤੈਨੂੰ ਇਹ ਲੱਜਾ ਨਹੀਂ ਆਉਂਦੀ, ਤੇਰੇ ਮਨ ਦੇ ਉੱਤੇ ਸ਼ਰਮ ਨਹੀਂ ਆਉਂਦੀ, ਸ਼ਿਕਣ ਨਹੀਂ ਆਉਂਦੀ, ਤੂੰ ਮਹਿਸੂਸ ਹੀ ਨਹੀਂ ਕਰਦਾ। ਹੇ ਭਾਈ, ਇਹ ਮਨੁੱਖਾ ਜਨਮ ਬਾਰ-ਬਾਰ ਨਹੀਂ ਮਿਲਦਾ, ਇਹ ਇੱਕੋ ਵਾਰੀ ਮਿਲਣਾ। ਤੈਨੂੰ ਸਮਝ ਨਹੀਂ ਆਉਂਦੀ। ਗੁਰੂ ਨਾਨਕ ਪਾਤਸ਼ਾਹ ਜੀ ਨੂੰ ਪੁੱਛੀਏ ਨਾ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਜਿਸ ਧਨ ਦੇ ਕਰਕੇ, ਜਿਸ ਮਾਇਆ ਦੇ ਕਰਕੇ ਤੂੰ ਆਪਣੀ ਜ਼ਿੰਦਗੀ ਵਿਅਰਥ ਗਵਾ ਰਿਹਾ ਨਾ, ਇਹ ਧਨ ਜੋਬਨ ਅਰ ਫੁੱਲੜਾ, ਨਾਠੀ ਅੜੇ ਦਿਨ ਚਾਰ, ਪੱਬਣ ਕੇਰੇ ਪੱਤ ਜਿਉਂ ਢਲ ਟੁੱਲ ਜੁਮਨ ਹਾਰ। ਅਤੇ ਗੁਰੂ ਸਾਹਿਬ ਕਹਿੰਦੇ ਨੇ ਇਹ ਇੱਕ ਦਿਨ ਖਤਮ ਹੋ ਜਾਣਾ। ਜਿਸ ਤਰ੍ਹਾਂ ਪੱਤਿਆਂ ਨੇ ਮੁਰਝਾ ਜਾਣਾ ਨਾ, ਉਹਨਾਂ ਦੇ ਵਿੱਚੋਂ ਬਦਬੂ ਆਉਣ ਲੱਗ ਜਾਂਦੀ, ਇਸੇ ਤਰ੍ਹਾਂ ਤੇਰਾ ਸਰੀਰ ਮੁਰਝਾ ਜਾਣਾ। ਫਿਰ ਇਹਨੂੰ ਜ਼ਿਆਦਾ ਸਮਾਂ ਨਹੀਂ ਰੱਖਣਾ, ਆਖਣਾ ਇਹਦੇ ਵਿੱਚੋਂ ਬੂ ਆਉਣ ਲੱਗ ਜਾਣੀ, ਇਹਨੂੰ ਸੁੱਟ ਦਈਏ, ਇਹਨੂੰ ਸਾੜ ਦਈਏ, ਇਹਨੂੰ ਨੱਪ ਦਈਏ। ਅਤੇ ਗੁਰੂ ਸਾਹਿਬ ਕਹਿੰਦੇ ਨੇ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕੇ ਰੰਗ ਮਾਣ ਲੈ ਪਿਆਰਿਆ, ਜਾਂ ਜੋਬਨ ਨਾਉ ਹੁਲਾ। ਇਹ ਹੁਣ ਤੈਨੂੰ ਜਿਹੜਾ ਜੋਬਨ ਮਿਲਿਆ ਨਾ, ਜਵਾਨੀ ਮਿਲੀ ਹੈ, ਜਵਾਨੀ ਦੇ ਹੁਲਾਰੇ ਵਿੱਚ ਉਸ ਪ੍ਰਮਾਤਮਾ ਦੇ ਨਾਮ ਦਾ ਰੰਗ ਮਾਣ। ਦਿਨ ਥੋੜੜੇ ਥੱਕੇ ਭਇਆ ਪੁਰਾਣਾ ਚੋਲਾ। ਭਾਈ, ਇਹ ਥੋੜ੍ਹੇ ਦਿਨਾਂ ਦਾ ਮਹਿਮਾਨ ਹੈ। ਜਿਸ ਦਿਨ ਇਹ ਪੁਰਾਣਾ ਚੋਲਾ ਹੋ ਗਿਆ, ਫਿਰ ਤੂੰ ਆਖਣਾ ਮੈਨੂੰ ਸਾਹ ਚੜ੍ਹਦਾ, ਮੈਥੋਂ ਹੁਣ ਅੰਮ੍ਰਿਤ ਵੇਲੇ ਨਹੀਂ ਉੱਠਿਆ ਜਾਂਦਾ, ਮੇਰੇ ਗੋਡੇ ਪੀੜ ਕਰਦੇ ਨੇ, ਮੈਥੋਂ ਗੁਰੂ ਘਰ ਵਿੱਚ ਬੈਠਿਆ ਨਹੀਂ ਜਾਂਦਾ। ਇਹ ਜਵਾਨੀ ਥੋੜ੍ਹੇ ਸਮੇਂ ਦੀ ਹੈ, ਅਤੇ ਤੂੰ ਆਪਣੀ ਜਵਾਨੀ ਦੇ ਵਿੱਚ ਜਿਹੜਾ ਸਮਾਂ ਮਿਲਿਆ ਹੀ ਨਾ, ਜਿਹਦੇ ਵਿੱਚ ਵਿਹਾਂਜ ਸਕਦਾ, ਜਦੋਂ ਤੱਕ ਤੇਰੇ ਗੋਡੇ ਚੰਗੇ ਨੇ, ਜਦੋਂ ਤੇਰੀਆਂ ਬਾਹਾਂ ਦੇ ਵਿੱਚ ਤਾਕਤ ਹੈ, ਜਦੋਂ ਤੇਰੇ ਉੱਠਣ ਲਈ ਤੇਰੇ ਕੋਲ ਬਲ ਹੈ, ਉੱਠ ਅੰਮ੍ਰਿਤ ਵੇਲਾ ਸਾਹਿਬ, ਨਹੀਂ ਤੇ ਇਸ ਸੰਸਾਰ ਦੇ ਵਿੱਚ ਤੱਕ ਸੱਜਣ ਮੇਰੇ ਰੰਗੁਲੇ, ਜਾਏ ਸੁੱਤੇ ਜੀਰਾਣ, ਹੰਪੀ ਵੰਜਾਂ ਡੂਮਣੀ, ਰੋਵਾਂ ਝੀਣੀ ਬਾਣ। ਇਹ ਭਾਈ, ਮੇਰੇ ਸੱਜਣ ਬੇਲੀ ਜਿਹੜੇ ਆਏ ਸਾਨੂੰ ਚਲੇ ਗਏ, ਰੰਗਲੇ ਸੱਜਣ ਜਿਨ੍ਹਾਂ ਦੇ ਨਾਲ ਮੈਂ ਗੱਲ ਕਰਦਾ ਸਾਂ ਕਿ ਮੇਰੇ ਕੋਲ ਇੰਨਾ ਧਨ ਹੈ,
मैं इन्नी कमाई की, वो मेरे सज्जन कमाई करते हुए मेरे नाल वो मेरे तो विछड़ गए ने। तो गुरु साहब कहते हैं कि रंग सज्जन मेरे रंगले जाए सुते जिरान, हम पी वइयां डूमणी रूमा झीणी बाण, की ना सुनेही गोरीए आपन कन्नी सोए, लगी आवे सहुरे नित ना पईया होए। तू अपने कन्नां दे नाल सुनिया नहीं, कुआरी धी घर दे विच सदा टिकी नहीं रहिंदी। की ना सुनेही गोरीए आपन कन्नी सोए, अपना कन्नां दे नाल सुनिया नहीं। गुआंढियां दे घर विच अपने घर दे विच जिहड़ी धी है वो कदे उस घर दे विच नहीं टिकी रहिंदी, उहनूं सहुरे जाना पैंदा। ते इस संसार रूपी पेके दे विचों एक दिन मौत रूपी लाड़ी ने आउणा, उहने तैनूं विआह के लै जाना ते संसार दे विचों तूं चली जाना। तूं कदी कन्नां दे नाल सुनिया नहीं, तेरे सज्जन निकल गए ने, तेरे सज्जन चले गए ने। ते गुरु साहब कहंदे ने कि भाई इस संसार दे उत्ते तूं उस परमात्मा नूं याद कर, परमात्मा दी सिफत कर, सौ ना गलफत दी नींद सौ ना। गुरु साहब कहते ने नानक सुती पई है जान विरती सन। जिहड़ी तू गलफत की नींद विच सुती पई है ना, गुरु नानक पातशाह जी का यह पावन बचन है, जिहड़ी गलफत की नींद विच सुती पई है ना, इस नींद दे विच जिस तरह चोर आण के तेरे घर नूं सन लाउंदे ने ना, तेरे जीवन नूं इस लोभ ग्रसिओ, जिहड़ा लोभ है ना, इहने तेरे तन नूं आण के सन लाउणी है। ते इस संसार दे उत्ते फिर तू गुणा गवाई गंठड़ी, जिहड़े गुण परमात्मा दे कोलों लैके आई से ना, उहदी गंठड़ी जिहड़ी वो तू गवा देनी है। क्योंकि ये गंठड़ी भी इकट्ठी करने वास्ते आया ना नाम दी। पहला भी विचारिया सी भई प्राप्त मानुख देहरिया, गोबिंद मिलन की यह तेरी बरिया। फिर ये जिहड़ी गुणा की गंठड़ी तू लैके आया, ये गवा देनी है। गुणा गवाई गंठड़ी अवगुण बन्नी चल, फिर इस संसार के उत्ते अवगुणा की पंड बन के तू जाना। तेरे घर दे विच जिहड़े गुण सन सोने रूपी, जिस तरह घर विच गहने पे है ना, तेरे हिरदे दे विच जिहड़ा नाम है ये लोभ ने लुट लेना, लोभ ने इनू खत्म कर देना। तो सतगुरु जी ने अज दे इस शब्द के अंदर सानू यही समझाया कि भाई लोभ दे विच लालच दे विच आण के मनुख जिहड़ा वा फिर उन्होंने कोई कुछ भी कहे, मानस जन्म अकारत खूबत लाज ना लोक हसन की। लोक हसदे ने तेरे उत्ते, तैनूं लज्जा नहीं आउंदी, तैनूं शर्म नहीं आउंदी। तो गुरु तेग बहादुर साहब सच्चे पातशाह जी अखीर विच आखदे ने, नानक हर जस क्यों नहीं गावत, कुमत बिना सैतन की। जिहड़ी माड़ी मत न, भैड़ी मत, इनू नाश करने वाला है परमात्मा का नाम। तो गुरु साहब कहते हैं जिहड़े तन दे उत्ते तेरे तन दे अंदर माड़ी मत है, भैड़ी मत है, जिहदे नाल ये नस जाती, वो परमात्मा का नाम जपदा क्यों नहीं। नानक हर जस क्यों नहीं गावत, क्यों नहीं गाउंदा हरि का जस, क्योंकि कुमत विनाश है तन की। तेरे तन की जिहड़ी कुमत माड़ी मत है ना, भैड़ी मत है, वो विंस जाती है। क्यों नहीं परमात्मा का नाम जपदा। गुरु तेग बहादुर साहब सच्चे पातशाह जी इस शब्द विच ये अखीर विच ये बेनती करते हैं कि हे भाई उस परमात्मा का नाम जप, परमात्मा की बंदगी कर, परमात्मा के गुण गा। नहीं तो फिर धन गुरु नानक साहब सच्चे पातशाह जी का जिहड़ा शब्द श्रवण किया है ना, गुणा गवाई गंठड़ी अवगुण बन्नी चल, फिर अवगुण बन के जिहड़ा वा वो अपने नाल तू लैके जाएगा। गुणा की गंठड़ी तेरे इस संसार दे विच गवाच जानी। फिर लोगों ने तेनू मंदे बोल आखने ने, मंदे बचन बोलने ने। लाज ना लोक हसन की, लोग तेरे उत्ते हसणगे ते तेनू लज्जा नहीं आउणी। हे भाई उस परमात्मा का नाम जस गा ते गुरु अगे अपने मन की बिरथा कह। सच्चे पातशाह ये लोभ का ग्रसिया होया मन है, इस लोभ के ग्रसे हुए मन नूं समत दे। ये लोभ दे विचों काम क्रोध लोभ दे विचों निकल के दया वल आए, सत वल आए, धर्म वल आए, धीरज वल आए। ये अंदर धीरज पैदा हो जाए, ये अंदर सहज पैदा हो जाए, ऐसी बेनती कर। सो समा समाप्त है। गुरु साहब के शब्द की विचार करदियां होइयां भुलां दी खिमा।
ਇਹ 10ਵਾਂ ਸ਼ਬਦ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ। 9 ਸ਼ਬਦ ਅਸੀਂ ਗੌੜੀ ਰਾਗ ਦੇ ਵਿੱਚ ਸਰਵਣ ਕੀਤੇ ਸਨ। ਇਹ ਆਸਾ ਰਾਗ ਦੇ ਵਿੱਚ 10ਵਾਂ ਸ਼ਬਦ ਹੈ। ਇੱਕੋ ਹੀ ਸ਼ਬਦ ਇਸ ਰਾਗ ਦੇ ਅੰਦਰ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਦਰਜ ਹੈ। ਗੁਰੂ ਸਾਹਿਬ ਸਮੱਤ ਬਖਸ਼ਣ, ਅਗਲੇਰੇ ਦੀਵਾਨਾਂ ਵਿੱਚ ਜੋ ਅਗਲੇਰੇ ਸ਼ਬਦ ਹਨ ਉਹਨਾਂ ਦੀ ਵਿਚਾਰ ਕਰਨ ਦੀ ਸਮਰੱਥਾ ਬਖਸ਼ਣ, ਹੋਈਆਂ ਭੁੱਲਾਂ ਦੀ ਖਿਮਾ। ਆਓ ਅੰਤ ਫਤਿਹ ਬੁਲਾਈਏ। ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।